ਸਤਨਾਮ ਸ੍ਰੀ ਵਾਹਿਗੁਰੂ ਜੀ। ਮਤੀ ਦਾਸ ਇੱਕ ਸੰਗ ਦੀਵਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਜੋ ਕੁਝ ਕੁ ਸੇਵਾਦਾਰ, ਕੁਝ ਕੁ ਗੁਰਸਿੱਖ ਸਨ ਨਾ, ਇਹਨਾਂ ਦੇ ਵਿੱਚ ਹੀ ਭਾਈ ਮਤੀ ਦਾਸ ਜੀ ਜੋ ਗੁਰੂ ਘਰ ਦੇ ਦੀਵਾਨ ਬਣਾਏ ਸਨ, ਉਹ ਵੀ ਨਾਲ ਹੀ ਹਨ। ਚਾਰ ਪੰਜ ਹੈ ਰੁਚਰ ਕੇ ਕਾਨ। ਚਾਰ ਪੰਜ ਹੋਰ ਬਲਵਾਨ ਘੋੜੇ ਗੁਰਸਿੱਖਾਂ ਦੇ ਲਈ ਉਹ ਵੀ ਸਤਿਗੁਰੂ ਮਹਾਰਾਜ ਜੀਆਂ ਦੇ ਡੇਰੇ ਦੇ ਵਿੱਚ ਹਨ। ਕਰਤ ਮਜਲ ਦੇ ਘਾਸ ਨਿਹਾਰੀ। ਤਾਂ ਭਾਈ ਮਤੀ ਦਾਸ ਜੀ ਆਪ ਸਾਰੀ ਦੇਖਭਾਲ ਰੱਖਦੇ ਹਨ। ਹੁਣ ਘੋੜਿਆਂ ਆਦਿ ਤੇ ਸਵਾਰੀ ਕਰਨੀ, ਜਦ ਸਾਰਾ ਦਿਨ ਚੱਲਣਾ ਘੋੜਿਆਂ ਦੇ ਉੱਪਰ ਸਵਾਰ ਹੋ ਕੇ, ਤਾਂ ਜਿੱਥੇ ਵੀ ਡੇਰਾ ਲੱਗਦਾ ਸੀ ਉੱਥੇ ਹੀ ਘੋੜਿਆਂ ਦੀ ਦੇਖਭਾਲ, ਦਾਣਾ ਪੱਠਾ ਆਦਿ ਇਹ ਭਾਈ ਮਤੀ ਦਾਸ ਜੀ ਆਪ ਸਾਰਾ ਪ੍ਰਬੰਧ ਕਰਦੇ ਸਨ। ਦਾਣਾ ਖਾਹੇ ਚੱਲਹਿ ਥਲ ਭਾਰੀ। ਤਾਂ ਜਿਸ ਥਾਂ ਤੇ ਡੇਰਾ ਲੱਗਦਾ ਤਾਂ ਇਹਨਾਂ ਘੋੜਿਆਂ ਦੀ ਵੀ ਸੇਵਾ ਕੀਤੀ ਜਾਂਦੀ, ਇਹਨਾਂ ਨੂੰ ਚੰਗਾ ਦਾਣਾ ਆਦਿ, ਘਾਹ ਪੱਠਾ ਆਦਿ ਪਾਇਆ ਜਾਂਦਾ, ਤਾਂ ਸਾਰੇ ਘੋੜੇ ਬਲਵਾਨ ਹੋ ਕੇ ਹੁਣ ਰਸਤੇ ਦੀ ਥਕਾਵਟ ਵੀ ਮਹਿਸੂਸ ਨਹੀਂ ਕਰਦੇ ਸਨ। ਕੀਰਤਪੁਰ ਮਹਿ ਕੀਨਸ ਡੇਰਾ। ਜਦ ਚੱਲਦੇ ਚੱਲਦੇ ਪੰਜਾਬ ਦੇ ਵਿੱਚ ਪਹੁੰਚ ਜਾਂਦੇ ਹਨ ਤਾਂ ਸਤਿਗੁਰਾਂ ਕੀਰਤਪੁਰ ਸਾਹਿਬ ਇਸ ਸਥਾਨ ਤੇ ਆ ਕੇ ਡੇਰਾ ਲਾਉਣਾ ਕੀਤਾ। ਸੂਰਜ ਮਲ ਮਿਲ ਪ੍ਰੇਮ ਕਨੇਰਾ। ਤਾਂ ਅੱਗੋਂ ਹੋਰ ਸਿੱਖ ਸੰਗਤਾਂ ਦੇ ਸਮੇਤ ਬਾਬਾ ਸੂਰਜ ਮਲ ਜੀ ਉਹ ਸਤਿਗੁਰਾਂ ਦੇ ਆ ਕੇ ਦਰਸ਼ਨ ਕਰਦੇ ਹਨ। ਕੁਸ਼ਲ ਪ੍ਰਸ਼ਨ ਕਰ ਆਪਸ ਮਾਹੀ। ਬਾਬਾ ਸੂਰਜ ਮਲ ਜੀਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਬੜਾ ਆਨੰਦ ਮਾਣਿਆ। ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਬੜੇ ਬਚਨ ਵਿਲਾਸ ਬਾਬਾ ਸੂਰਜ ਮਲ ਜੀਆਂ ਦੇ ਹੁੰਦੇ ਹਨ। ਤੀਰਥ ਕਰਨ ਕਥਾ ਪੁੰਨ ਪ੍ਰਾਹੀ। ਸਾਰੀ ਵਾਰਤਾ ਬਾਬਾ ਸੂਰਜ ਮਲ ਜੀਆਂ ਨੇ ਪੁੱਛਣਾ ਕੀਤੀ ਕਿ ਸੱਚੇ ਪਾਤਸ਼ਾਹ, ਜਦੋਂ ਦੇ ਤੁਸੀਂ ਇਸ ਸਥਾਨ ਤੋਂ ਅਨੰਦਪੁਰ ਸਾਹਿਬ ਤੋਂ ਗਏ ਸੀ, ਅਰ ਕਿਸ ਕਿਸੇ ਸਥਾਨ ਤੇ ਗਏ, ਅਰ ਤੀਰਥਾਂ ਦੀ ਜੋ ਯਾਤਰਾ ਕਰਨੀ ਸੀ, ਕਿਉਂਕਿ ਤੀਰਥ ਯਾਤਰਾ ਦਾ ਬਹਾਨਾ ਲੈ ਕੇ ਸਤਿਗੁਰੂ ਮਹਾਰਾਜ ਜੀਆਂ ਨੇ ਬੜੀਆਂ ਸਿੱਖ ਸੰਗਤਾਂ ਦਾ ਉਧਾਰ ਕਰਨਾ ਸੀ ਅਤੇ ਉਧਾਰ ਕੀਤਾ, ਬੜੀਆਂ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ। ਤੀਰਥ ਯਾਤਰਾ ਦਾ ਬਹਾਨਾ ਲੈ ਕੇ ਸਤਿਗੁਰੂ ਮਹਾਰਾਜ ਗਏ ਸੀ, ਤੀਰਥਾਂ ਨੂੰ ਵੀ ਸ਼ੁੱਧੀ ਦੇਣ ਵਾਸਤੇ, ਤੀਰਥਾਂ ਨੂੰ ਵੀ ਪਵਿੱਤਰ ਕਰਨ ਵਾਸਤੇ ਸਤਿਗੁਰੂ ਗਏ ਸਨ। ਉਹਨਾਂ ਅਸਥਾਨਾਂ ਤੇ ਚਰਨ ਪਾ ਕੇ ਉਹਨਾਂ ਅਸਥਾਨਾਂ ਨੂੰ ਵੀ ਪਵਿੱਤਰ ਕੀਤਾ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦੇ ਬਚਨ ਹਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ, ਕਿ ਜਿੱਥੇ ਗੁਰੂ ਮਹਾਰਾਜ ਆਪਣਾ ਚਰਨ ਟਿਕਾਉਂਦੇ ਹਨ ਨਾ, ਉਹੀ ਜਗ੍ਹਾ ਪੂਜਨ ਦੇ ਯੋਗ ਹੋ ਜਾਂਦੀ ਹੈ। ਸਾਹਿਬਜ਼ਾਦੇ ਜਨਮ ਬਖਾਨਾ। ਤਾਂ ਇਹਨਾਂ ਹੀ ਬਚਨ ਵਿਲਾਸਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀਆਂ ਨੇ ਇਹ ਦੱਸਣਾ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਆਇਓ ਚਹਿਤ ਆਪਣੇ ਥਾਨਾ। ਤਾਂ ਸਾਹਿਬਜ਼ਾਦਾ ਜੀ ਹੁਣ ਕੁਝ ਕੁ ਸਾਲਾਂ ਦੇ ਹੋ ਚੁੱਕੇ ਹਨ, ਪਟਨੇ ਸ਼ਹਿਰ ਦੇ ਵਿੱਚ ਹੀ ਹਨ। ਉਹ ਸਾਡੇ ਨਾਲ ਆਉਣ ਦੇ ਵਾਸਤੇ ਤੇ ਬੜੀ ਕੋਸ਼ਿਸ਼ ਕਰਦੇ ਸੀ, ਬੜੀ ਖਿੱਚ ਕਰਦੇ ਸੀ, ਪਰ ਆਜੂ ਉਮਰ ਬਹੁਤ ਛੋਟੀ ਹੋਣ ਦੇ ਕਾਰਨ ਅਜੇ ਅਸੀਂ ਉਹਨਾਂ ਨੂੰ ਲੈ ਕੇ ਨਹੀਂ ਆਏ। ਉਹਨਾਂ ਦੀ ਤੇ ਬੜੀ ਤਾਂਘ ਸੀ ਕਿ ਅਸੀਂ ਪੰਜਾਬ ਦੇ ਵਿੱਚ ਛੇਤੀ ਪਹੁੰਚ ਜਾਈਏ। ਹਮ ਆਨੰਦਪੁਰ ਕਰ ਕੈ ਬਾਸ। ਤਾਂ ਸਤਿਗੁਰਾਂ ਬਾਬਾ ਸੂਰਜ ਮਲ ਜੀ ਅਤੇ ਹੋਰ ਸਿੱਖ ਸੰਗਤਾਂ ਨੂੰ ਇਹ ਬਚਨ ਵਿਲਾਸ ਦੱਸੇ ਕਿ ਹੁਣ ਅਸੀਂ ਸ੍ਰੀ ਅਨੰਦਪੁਰ ਸਾਹਿਬ ਉਸ ਸਥਾਨ ਤੇ ਆਪਣਾ ਵਾਸਾ ਕਰਾਂਗੇ, ਉਸ ਸਥਾਨ ਤੇ ਸਾਰੇ ਦਾ ਸਾਰਾ ਪ੍ਰਬੰਧ ਕਰਾਂਗੇ। ਇਸ ਨਗਰੀ ਨੂੰ ਹੋਰ ਵੀ ਵਧੇਰੇ ਬਸਾਉਣਾ ਹੈ। ਪੁੰਨ ਹੈ ਪਤਰਿਕਾ ਪਾਠ ਤਿੰਨ ਪਾਸ। ਜਦ ਸਾਰਾ ਪ੍ਰਬੰਧ ਹੋ ਜਾਵੇਗਾ ਤਾਂ ਅਸੀਂ ਮਾਤਾ ਨਾਨਕੀ ਜੀਆਂ ਦੇ ਪਾਸ, ਮਾਤਾ ਗੁਜਰ ਕੌਰ ਜੀਆਂ ਦੇ ਪਾਸ ਉਸ ਸਥਾਨ ਤੇ ਇੱਕ ਗੁਰਸਿੱਖ ਨੂੰ ਚਿੱਠੀ ਲਿਖ ਕੇ ਫੜਾ ਦੇਵਾਂਗੇ, ਚਿੱਠੀ ਭੇਜ ਦੇਵਾਂਗੇ ਉਸ ਸਥਾਨ ਤੇ ਸਾਹਿਬਜ਼ਾਦੇ ਨੂੰ ਵੀ ਛੇਤੀ ਬੁਲਾਇਆ ਜਾਵੇਗਾ। ਮਾਤ ਨਾਨਕੀ ਜੀਅਤ ਬਤਾਏ। ਜਦ ਬਾਬਾ ਸੂਰਜ ਮਲ ਜੀਆਂ ਨੇ ਮਾਤਾ ਨਾਨਕੀ ਜੀ ਦੀ ਬਾਬਤ ਪੁੱਛਿਆ ਤਾਂ ਸਤਿਗੁਰਾਂ ਬਚਨ ਕੀਤਾ ਕਿ ਹਾਂ ਮਾਤਾ ਨਾਨਕੀ ਜੀ,
ਸਰੀਰਕ ਤੌਰ ਤੇ ਵੀ ਬੜੇ ਠੀਕ ਠਾਕ ਹਨ। ਸੁਨ ਸੂਰਜ ਮਲ ਔਰ ਅਰਖਾਏ। ਤਾਂ ਬਾਬਾ ਸੂਰਜਮਲ ਜੀ ਸੁਣ ਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਮਾਤਾ ਨਾਨਕੀ ਜੀਆਂ ਦੀ ਆਜੂ ਉਮਰ ਬਹੁਤ ਵਡੇਰੀ ਹੋ ਚੁੱਕੀ ਹੈ, ਔਰ ਵੱਡੀ ਉਮਰ ਹੋਣ ਦੇ ਕਾਰਨ ਮਨ ਦੇ ਵਿੱਚ ਇਹ ਵੀ ਸੰਸ਼ਾ ਸੀ ਕਿ ਕਿੰਨੇ ਸਾਲ ਬਤੀਤ ਹੋ ਗਏ ਹੁਣ, ਉਸ ਟਾਈਮ ਤੋਂ ਬਾਅਦ ਵੀ ਹੁਣ ਮਾਤਾ ਜੀਆਂ ਦਾ ਸਰੀਰ ਬਿਲਕੁਲ ਠੀਕ ਠਾਕ ਹੈ, ਮਾਤਾ ਜੀ ਠੀਕ ਹਨ। ਤਾਂ ਇਹ ਬਚਨ ਸੁਣ ਕੇ ਬਾਬਾ ਸੂਰਜਮਲ ਜੀ ਬੜੇ ਪ੍ਰਸੰਨ ਖੁਸ਼ ਹੋਏ। ਪੁਨ ਉਠ ਸ੍ਰੀ ਹਰਿ ਗੋਬਿੰਦ ਥਾਨ। ਇਹ ਬਚਨ ਵਿਲਾਸ ਕਰਨ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਅਸਥਾਨ ਤੇ ਜਾਂਦੇ ਹਨ। ਜਾਏ ਜੋਰ ਕਰ ਬੰਧਨ ਠਾਨ। ਕੀਰਤਪੁਰ ਦੇ ਵਿੱਚ ਹੀ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਬਣਿਆ ਹੈ, ਉਹ ਅਸਥਾਨ ਤੇ ਪਹੁੰਚ ਕੇ ਦੋਨੋਂ ਹੱਥ ਜੋੜ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਪੁੰਨ ਸ੍ਰੀ ਗੁਰਦਿੱਤੇ ਥਲ ਗਏ। ਫਿਰ ਸਤਿਗੁਰੂ ਬਾਬਾ ਗੁਰਦਿੱਤਾ ਜੀਆਂ ਦੇ ਅਸਥਾਨ ਤੇ ਜੋ ਪਹਾੜੀ ਦੇ ਉੱਪਰ ਬਣਿਆ ਹੋਇਆ ਉਸ ਅਸਥਾਨ ਤੇ ਪਹੁੰਚਦੇ ਹਨ। ਨਮੋ ਕਰਤ ਪੁਰ ਆਵਤ ਭਏ। ਉਸ ਅਸਥਾਨ ਤੇ ਵੀ ਨਮਸਕਾਰ ਕਰਕੇ ਸਤਿਗੁਰੂ ਕੀਰਤਪੁਰ ਸਾਹਿਬ ਦੇ ਵਿੱਚ ਉਸੇ ਅਸਥਾਨ ਤੇ ਆ ਜਾਂਦੇ ਹਨ। ਨਿਸਾ ਬਸੇ ਸ੍ਰੀ ਤੇਗ ਬਹਾਦਰ। ਤਾਂ ਇਸ ਅਸਥਾਨ ਤੇ ਸਤਿਗੁਰਾਂ ਰਾਤ ਬਤੀਤ ਕੀਤੀ। ਜਦ ਇਸ ਕੀਰਤਪੁਰ ਸਾਹਿਬ ਦੇ ਅਸਥਾਨ ਤੇ ਡੇਰਾ ਲਗਾਇਆ ਸੀ, ਇੱਥੇ ਵੀ ਬੜੀਆਂ ਸਿੱਖ ਸੰਗਤਾਂ ਦਾ ਇਕੱਠ ਹੋ ਗਿਆ। ਬੜੀਆਂ ਸਿੱਖ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਹਨ। ਤਾਂ ਰਾਤ ਕੀਰਤਪੁਰ ਸਾਹਿਬ ਹੀ ਸਤਿਗੁਰਾਂ ਬਿਤਾਉਣਾ ਕੀਤੀ। ਸੂਰਜ ਮਲ ਸੇਵਾ ਕਰ ਸਾਦਰ। ਤਾਂ ਬਾਬਾ ਸੂਰਜਮਲ ਜੀਆਂ ਨੇ ਬੜੀ ਪ੍ਰਸੰਨਤਾ ਦੇ ਨਾਲ, ਬੜੀ ਸਾਵਧਾਨੀ ਦੇ ਨਾਲ ਸਾਰੀ ਸੇਵਾ ਆਪ ਸੰਭਾਲੀ। ਪੌਤਰ ਆਪਨੇ ਆਨ ਮਿਲਾਏ। ਬਾਬਾ ਸੂਰਜਮਲ ਜੀਆਂ ਨੇ ਆਪਣੇ ਪੋਤਰੇ, ਦੋਨੋਂ ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਤੇ ਪਾਏ, ਨਮਸਕਾਰ ਕਰਵਾਈ। ਗੁਰ ਬੂਝੈ ਕਿਆ ਨਾਮ ਰਖਾਏ। ਸਤਿਗੁਰੂ ਬੜੇ ਪ੍ਰਸੰਨ ਹੋ ਕੇ ਪੁੱਛਦੇ ਹਨ ਕਿ ਦੋਨਾਂ ਬੱਚਿਆਂ ਦਾ ਨਾਮ ਕੀ ਰੱਖਿਆ ਗਿਆ ਹੈ। ਏਕ ਗੁਲਾਬ ਰਾਏ ਹੈ ਨਾਮੂ। ਬਾਬਾ ਸੂਰਜਮਲ ਜੀਆਂ ਨੇ ਦੱਸਣਾ ਕੀਤਾ ਕਿ ਸੱਚੇ ਪਾਤਸ਼ਾਹ ਇੱਕ ਦਾ ਨਾਮ ਤੇ ਗੁਲਾਬ ਰਾਏ ਹੈ, ਸ਼ਾਮ ਦਾਸ ਦੂਸਰ ਅਬਿਰਾਮੂ। ਦੂਸਰੇ ਦਾ ਨਾਮ ਬੜਾ ਸੁੰਦਰ ਸ਼ਾਮ ਦਾਸ ਕਰਕੇ ਰੱਖਿਆ ਗਿਆ। ਤਿੰਨੋਂ ਬਿਪੂਖਨ ਸਤਿਗੁਰ ਦਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਬੜੇ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਬੜੇ ਸੋਨੇ ਦੇ ਗਹਿਣੇ ਇਹਨਾਂ ਦੋਨੇ ਬੱਚਿਆਂ ਨੂੰ ਬਾਬਾ ਗੁਲਾਬ ਰਾਏ ਜੀ ਔਰ ਸ਼ਾਮ ਰਾਏ ਜੀ ਦੋਨਾਂ ਨੂੰ ਦੇਣਾ ਕੀਤੇ। ਨਿਕਟ ਬਿਠਾਏ ਪ੍ਰੇਮ ਕੋ ਕੀਏ। ਆਪਣੇ ਪਾਸ ਬਿਠਾ ਕੇ ਬੜਾ ਪ੍ਰੇਮ ਜਤਾਉਣਾ ਕੀਤਾ। ਸੁੰਦਰ ਵਸਤਰ ਬਹੁਰ ਤਿੰਨ ਦੀਨ। ਤਾਂ ਬੜੇ ਸੁੰਦਰ, ਬੜੇ ਮਹਿੰਗੇ ਵਸਤਰ ਉਹ ਵੀ ਸਤਿਗੁਰੂ ਮਹਾਰਾਜ ਜੀਆਂ ਨੇ ਗੁਲਾਬ ਰਾਏ ਔਰ ਸ਼ਾਮ ਦਾਸ ਜੀਆਂ ਨੂੰ ਦੇਣਾ ਕੀਤੇ। ਨਿਜ ਸੁਤ ਸੋ ਮਿਲਬੋ ਇਨ ਚੀਨ। ਤਾਂ ਸਤਿਗੁਰਾਂ ਇਹ ਵੀ ਵਾਰਤਾ ਜਾਣ ਲਈ ਕਿ ਇਹਨਾਂ ਦੋਨੇ ਜਾਣੇ ਗੁਲਾਬ ਰਾਏ ਜੀ ਔਰ ਸ਼ਾਮ ਦਾਸ ਜੀ ਦੋਨਾਂ ਦਾ ਮਿਲਾਪ ਗੋਬਿੰਦ ਰਾਏ ਜੀਆਂ ਦੇ ਨਾਲ ਜ਼ਰੂਰ ਹੋਵੇਗਾ। ਪ੍ਰਾਤ ਹੋਤ ਮਿਲ ਸਭ ਕੇ ਸਾਥ। ਜਦ ਇਸੇ ਤਰ੍ਹਾਂ ਰਾਤਰੀ ਕੀਰਤਪੁਰ ਸਾਹਿਬ ਦੇ ਵਿੱਚ ਬਿਤਾਈ ਤਾਂ ਅਗਲਾ ਦਿਨ ਚੜ੍ਹਿਆ ਤੇ ਹੋਰ ਸਿੱਖ ਸੰਗਤਾਂ ਦੇ ਨਾਲ ਮੇਲ ਮਿਲਾਪ ਹੋਇਆ। ਚੱਲੇ ਆਨੰਦਪੁਰੇ ਗੁਰਨਾਥ। ਸਿੱਖ ਸੰਗਤਾਂ ਦੇ ਸਮੇਤ ਇਤੋਂ ਡੇਰਾ ਕੂਚ ਕਰਕੇ ਹੁਣ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲੇ ਹਨ। ਪੰਜ ਕੋਸ ਪਰ ਪਹੁੰਚੇ ਜਾਈ। ਜਦ 5 ਕੋਹਾਂ ਦਾ ਫਾਸਲਾ ਸ੍ਰੀ ਆਨੰਦਪੁਰ ਸਾਹਿਬ ਦਾ ਰਹਿ ਗਿਆ ਹੈ, ਸੁਨਤ ਪ੍ਰਜਾ ਆਈ ਅਗਵਾਈ। ਉਤੋਂ ਦੀਆਂ ਸਿੱਖ ਸੰਗਤਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਮਹਾਰਾਜ ਕਿੰਨੇ ਲੰਮੇ ਸਮੇਂ ਤੋਂ ਬਾਅਦ ਹੁਣ ਵਾਪਸ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੇ ਹਨ ਅਤੇ ਨਜ਼ਦੀਕ ਹੀ ਆ ਗਏ ਹਨ। ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਦੀਆਂ ਅਤੇ ਹੋਰ ਇਲਾਕੇ ਦੀਆਂ ਇੱਧਰੋਂ ਉੱਧਰੋਂ ਸੰਗਤਾਂ ਇਕੱਠੀਆਂ ਹੋਈਆਂ ਕਿ ਆਪਾਂ ਅੱਗੇ ਹੋ ਕੇ ਸਾਰੇ
ਸਤਿਗੁਰੂ ਮਹਾਰਾਜ ਜੀਆਂ ਦਾ ਬੜਾ ਅਦਬ ਸਤਿਕਾਰ ਕਰਨਾ ਹੈ। ਦੇ ਕਰ ਦਰ ਬਾਦਿਕ ਆਕੋਰ। ਤਾਂ ਸੰਗਤਾਂ ਬੜੀਆਂ ਇਕੱਠੀਆਂ ਹੋਈਆਂ, ਸਭ ਨੇ ਆਪੋ ਆਪਣੇ ਹੱਥਾਂ ਦੇ ਵਿੱਚ ਭੇਟਾਵਾਂ ਲੈ ਲੈ ਕੇ ਆਏ ਕਿ ਆ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਾਂਗੇ। ਮਿਲੇ ਸਕਲ ਬੰਦਤ ਕਰ ਜੋਰ। ਤਾਂ 5 ਕੋਹਾਂ ਦੇ ਫਾਸਲੇ ਤੇ ਹੀ ਅੱਗੇ ਹੋ ਕੇ ਸਿੱਖ ਸੰਗਤਾਂ ਪਹੁੰਚ ਜਾਂਦੇ ਹਨ। ਆ ਕੇ ਰਸਤੇ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਕੁਸ਼ਲ ਪ੍ਰਸੰਨ ਗੁਰ ਸਭ ਕੋ ਕਰੈ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਸਭਨਾਂ ਦੀ ਸੁਖ ਸ਼ਾਂਤ ਬੜੇ ਪਿਆਰ ਦੇ ਨਾਲ ਪੁੱਛਣਾ ਕੀਤੀ। ਕਿਰਪਾ ਤੁਮਾਰੀ ਤੇ ਸੁਖ ਧਰੈ। ਬਚਨ ਬਿਲਾਸ ਹੋਏ ਤੇ ਸਤਿਗੁਰੂ ਮਹਾਰਾਜ ਜੀਆਂ ਨੇ ਪੁੱਛਣਾ ਕੀਤਾ। ਹੁਣ ਸਭ ਸਿੱਖ ਸੰਗਤਾਂ ਨੇ ਇਹੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀਆਂ ਦੀ ਕਿਰਪਾ ਰਹੀ ਹੈ। ਆਪ ਜੀਆਂ ਦੀ ਕਿਰਪਾ ਦੇ ਨਾਲ ਨਗਰ ਖੇੜੇ ਸਾਡੇ ਘਰ ਪਰਿਵਾਰਾਂ ਦੇ ਵਿੱਚ ਬੜੀ ਸੁਖ ਸ਼ਾਂਤੀ ਹੈ। ਸਾਦਰ ਸਤਿਗੁਰ ਕੋ ਲੈ ਆਏ। ਬੜਾ ਅਦਬ ਸਤਿਕਾਰ ਕਰਕੇ ਅੱਗੇ ਪਹੁੰਚ ਕੇ ਬੜੇ ਸਤਿਕਾਰ ਨਾਲ ਗੁਰੂ ਮਹਾਰਾਜ ਜੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਅਸਥਾਨ ਤੇ ਲੈ ਕੇ ਆਏ। ਭਏ ਪ੍ਰਵੇਸ਼ ਸਦਨ ਮਹਿ ਜਾਏ। ਜਦ ਸਤਿਗੁਰੂ ਆਪਣੇ ਮਹਿਲਾਂ ਦੇ ਵਿੱਚ ਜਾ ਪ੍ਰਵੇਸ਼ ਕਰਦੇ ਹਨ, ਅਦਕ ਆਨੰਦ ਆਨੰਦਪੁਰ ਹੋਵਾ। ਤਾਂ ਇਸ ਅਸਥਾਨ ਤੇ ਬੜਾ ਆਨੰਦ ਹੋਇਆ। ਸਿੱਖ ਸੰਗਤਾਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਸੀ, ਬੜਾ ਚਾਅ ਸੀ ਕਿ ਜਿਸ ਵਕਤ ਸਤਿਗੁਰੂ ਸ੍ਰੀ ਅਨੰਦਪੁਰ ਸਾਹਿਬ ਤੋਂ ਗਏ ਸਨ ਨਾ, ਤਾਂ ਉਸ ਟਾਈਮ ਸੰਗਤਾਂ ਦੇ ਮਨ ਦੇ ਵਿੱਚ ਬੜਾ ਬੈਰਾਗ ਸੀ ਕਿ ਸੱਚੇ ਪਾਤਸ਼ਾਹ ਹੁਣ ਸਾਡੇ ਪਾਸੋਂ ਤੁਸੀਂ ਦੂਰ ਜਾ ਰਹੇ ਹੋ, ਪੂਰਬ ਦੇ ਇਲਾਕੇ ਦੇ ਵੱਲ ਜਾ ਰਹੇ ਹੋ। ਪਤਾ ਨਹੀਂ ਕਿੰਨਾ ਲੰਮਾ ਸਮਾਂ ਬਤੀਤ ਹੋਵੇਗਾ, ਕਿੰਨੇ ਸਮੇਂ ਬਾਅਦ ਤੁਸੀਂ ਆ ਕੇ ਦਰਸ਼ਨ ਦੇਵੋਗੇ। ਸਾਡੇ ਤੇ ਮਨ ਦੇ ਵਿੱਚ ਹਰ ਵਕਤ ਇਹੀ ਉਡੀਕ ਲੱਗੀ ਰਹਿਣੀ ਹੈ, ਸਾਡੇ ਨੇਤਰ ਤੇ ਇਹੀ ਤਰਸਦੇ ਰਹਿਣੀ ਹੈ ਕਿ ਹੁਣ ਸੱਚੇ ਪਾਤਸ਼ਾਹ ਕਦ ਆ ਕੇ ਦੀਦਾਰ ਦੇਣਗੇ, ਕਦ ਦਰਸ਼ਨ ਦੇਣਗੇ। ਹੁਣ ਸਤਿਗੁਰੂ ਪਹੁੰਚ ਗਏ ਹਨ। ਬੜੀਆਂ ਸਿੱਖ ਸੰਗਤਾਂ ਇੱਧਰੋਂ ਉੱਧਰੋਂ ਦੌੜੇ ਫਿਰਦੇ ਹਨ, ਸੇਵਾਵਾਂ ਕਰਦੇ ਫਿਰਦੇ ਹਨ। ਇਹ ਇੱਧਰ ਉੱਧਰ ਦੌੜ ਦੌੜ ਕੇ ਸੇਵਾ ਕਰਦੇ ਹਨ। ਕੋਈ ਕਿਸੇ ਸੇਵਾ ਦੇ ਵਿੱਚ ਲੱਗਿਆ, ਕੋਈ ਕਿਸੇ ਸੇਵਾ ਦੇ ਵਿੱਚ, ਕਿਉਂਕਿ ਮਨ ਦੇ ਵਿੱਚ ਬੜਾ ਉਤਸ਼ਾਹ ਹੈ, ਮਨ ਦੇ ਵਿੱਚ ਬੜਾ ਪਿਆਰ, ਬੜਾ ਚਾਅ ਹੈ ਕਿ ਇੰਨੇ ਲੰਮੇ ਸਮੇਂ ਬਾਅਦ ਅੱਜ ਫੇਰ ਸਤਿਗੁਰਾਂ ਸਾਡੇ ਤੇ ਮਿਹਰ ਕਰ ਦਿੱਤੀ। ਨਰ ਨਾਰਨ ਗਨ ਦਰਸ਼ਨ ਜੋਵਾ। ਬੜੀਆਂ ਸਿੱਖ ਸੰਗਤਾਂ ਇਸਤਰੀ ਪੁਰਸ਼ ਬਾਲਕ ਬਜ਼ੁਰਗ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਬਹੁ ਪਕਵਾਨ ਬਨਕ ਲੈ ਆਏ। ਤਾਂ ਇੱਥੋਂ ਦੇ ਰਹਿਣ ਵਾਲੇ ਦੁਕਾਨਦਾਰ ਉਹ ਵੀ ਮਠਿਆਈਆਂ ਆਦਿ ਬੜੀ ਭਾਰੀਆਂ ਲੈ ਕੇ ਪਹੁੰਚ ਜਾਂਦੇ ਹਨ। ਹਵੈ ਅਰਦਾਸ ਬੰਟ ਸਮੁਦਾਏ। ਬੜੀਆਂ ਮਠਿਆਈਆਂ ਲੈ ਲੈ ਕੇ ਹੁਣ ਦੁਕਾਨਦਾਰ ਇਹ ਵੀ ਪਹੁੰਚ ਜਾਂਦੇ ਹਨ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਇਹ ਸਾਰਾ ਪਕਵਾਨ ਸਿੱਖ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ ਹੈ। ਜਥਾ ਪਾਏ ਪਤ ਕੋ ਚਿਰਕਾਲ। ਜਿਸ ਤਰ੍ਹਾਂ ਕੋਈ ਪਤੀ ਵਰਤਾ ਇਸਤਰੀ ਲੰਮੇ ਸਮੇਂ ਤੋਂ ਬਾਅਦ ਆਪਣੇ ਪਤੀ ਦੇ ਦਰਸ਼ਨ ਕਰਦੀ ਹੈ। ਹਰਖ ਮਾਨਤੀ ਤ੍ਰਿਆ ਵਿਸਾਲ। ਲੰਮੇ ਸਮੇਂ ਬਾਅਦ ਆਪਣੇ ਪਤੀ ਦੇਵ ਦੇ ਦਰਸ਼ਨ ਕਰਨ ਦੇ ਨਾਲ ਇਸਤਰੀ ਦੇ ਮਨ ਦੇ ਵਿੱਚ ਬੜਾ ਆਨੰਦ, ਖੁਸ਼ੀ ਪੈਦਾ ਹੁੰਦੀ ਹੈ। ਤਿਮ ਨਗਰੀ ਕੇ ਲੋਕ ਆਨੰਦੇ। ਇਸ ਤਰ੍ਹਾਂ ਸਾਰੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਸਿੱਖ ਸੰਗਤਾਂ, ਉਹਨਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ ਕਿ ਸਾਡੇ ਮਾਲਕ, ਸਾਡੇ ਗੁਰੂ ਪਾਤਸ਼ਾਹ ਹੁਣ ਲੰਮੇ ਸਮੇਂ ਬਾਅਦ ਸਾਨੂੰ ਮਿਲ ਗਏ ਹਨ। ਸਭਨ ਆਨ ਗੁਰ ਕੇ ਪਦ ਬੰਦੇ। ਆ ਕੇ ਸਿੱਖ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਹੋਏ ਸੁਚਿਤ ਗੁਰ ਸਿਵਰ ਲਗਾਇਓ। ਸਤਿਗੁਰੂ ਮਹਾਰਾਜ ਜੀਆਂ ਨੇ ਇਸ ਸਥਾਨ ਤੇ ਹੀ ਹੁਣ ਡੇਰਾ ਰੱਖਿਆ ਸੀ। ਨਾਨਾ ਬਿਦ ਆਹਾਰ ਕਰਵਾਇਓ। ਸਿੱਖ ਸੰਗਤਾਂ ਨੇ ਬੜੇ ਭੋਜਨ ਪਾਣੀ ਆਦਿ ਲੰਗਰ ਪਾਣੀ ਤਿਆਰ ਕੀਤੇ। ਗੁਰੂ ਮਹਾਰਾਜ ਜੀਆਂ ਨੂੰ ਵੀ ਬੜੇ ਸਵਾਦਿਸ਼ਟ ਭੋਜਨ ਪਾਣੀ ਪਕਵਾਨ ਬਣਾ ਕੇ ਛਕਾਏ। ਹੋਰ ਵੀ ਸਿੱਖ ਸੰਗਤਾਂ ਦੇ ਵਾਸਤੇ ਸਾਰਾ ਲੰਗਰ ਪਾਣੀ ਦਾ ਪ੍ਰਬੰਧ ਆਪਣੇ ਆਪ ਸਿੱਖ ਸੰਗਤਾਂ ਨੇ ਕਰ ਦਿੱਤਾ ਹੈ। ਖਾਨ ਪਾਨ ਕਰ ਨਿਸਾ ਬਿਤਾਏ। ਰਾਤਰੀ ਦੇ ਵਕਤ ਭੋਜਨ ਪਾਣੀ ਛਕਿਆ
ਔਰ ਇਸੇ ਸਥਾਨ ਤੇ ਸਤਿਗੁਰੂ ਮਹਾਰਾਜ ਸੋਹਣੀ ਸੇਜਾ ਤੇ ਬਿਰਾਜਮਾਨ ਹੁੰਦੇ ਹਨ। ਭਈ ਪ੍ਰਾਤ ਜਾਗੇ ਮਨ ਮਜਨਾਏ। ਉਸੇ ਤਰ੍ਹਾਂ ਜਦ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ ਹੀ ਸਤਿਗੁਰੂ ਮਹਾਰਾਜ ਸਾਵਧਾਨ ਹੋਏ। ਲੱਗੇ ਉਹ ਦੀਵਾਨ ਆਏ ਸਭ ਕੋਈ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਨ ਤੋਂ ਬਾਅਦ ਸਤਿਗੁਰੂ ਦਿਨ ਚੜ੍ਹਦੇ ਤੱਕ ਆਪਣੇ ਸੋਏ ਸਰੂਪ ਦੇ ਧਿਆਨ ਦੇ ਵਿੱਚ ਜੁੜਦੇ ਸਨ। ਤਾਂ ਜਦ ਦਿਨ ਚੜ੍ਹਦਾ ਹੈ ਤਾਂ ਸਤਿਗੁਰੂ ਮਹਾਰਾਜ ਜੀਆਂ ਦਾ ਦੀਵਾਨ ਸਜ ਜਾਂਦਾ ਹੈ। ਜਿਸ ਜਿਸ ਕੋ ਜਬ ਜਬ ਸੁਧ ਹੋਈ। ਹੋਰ ਦੂਰ ਦੂਰ ਤੱਕ ਗੁਰਸਿੱਖਾਂ ਤੋਂ ਇੱਕ ਦੂਸਰੇ ਤੋਂ ਅੱਗੇ ਦੀ ਅੱਗੇ ਜਦ ਸਤਿਗੁਰਾਂ ਦੇ ਆਉਣ ਦੀ ਖਬਰ ਪਹੁੰਚ ਜਾਂਦੀ ਹੈ। ਮਿਲਹਿ ਆਨ ਸਿੱਖ ਸੰਗਤ ਸਾਰੇ। ਹੋਰ ਵੀ ਨਵੇਂ ਆਉਣ ਵਾਲੇ ਪ੍ਰੇਮੀ, ਨਵੇਂ ਆਉਣ ਵਾਲੇ ਗੁਰਸਿੱਖ, ਉਹ ਵੀ ਦੀਵਾਨ ਦੇ ਵਿੱਚ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਪਸਰ ਗਈ ਸੁਧ ਦੇਸ਼ ਉਦਾਰੇ। ਤਾਂ ਸਾਰੇ ਪੰਜਾਬ ਦੇ ਵਿੱਚ ਹੀ ਇਹ ਖਬਰ ਪਹੁੰਚ ਗਈ ਕਿ ਸਤਿਗੁਰੂ ਮਹਾਰਾਜ ਲੰਮੇ ਸਮੇਂ ਤੋਂ ਬਾਅਦ ਜੋ ਪੂਰਬ ਦੇ ਇਲਾਕੇ ਦੇ ਵੱਲ ਗਏ ਸਨ ਨਾ, ਹੁਣ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਹਨ। ਸੁਨ ਸੁਨ ਚੱਲੇ ਆਏ ਸਮੁਦਾਏ। ਜਿਸ ਨੂੰ ਵੀ ਪਤਾ ਚੱਲਦਾ ਹੈ ਆਪੋ ਆਪਣੇ ਘਰ ਦੇ ਕੰਮ ਕਾਜ ਕੋਈ ਸੰਕੋਚ ਕੇ, ਕੋਈ ਕੰਮ ਕਾਜ ਵਿੱਚੇ ਛੱਡ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ ਬੜੀ ਛੇਤੀ ਪਹੁੰਚਦਾ ਹੈ। ਸਹਿਤ ਮਸੰਦ ਮਿਲ ਹੈ ਹਰ ਖਾਏ। ਮਸੰਦ ਹੋਰ ਸਿੱਖ ਸੰਗਤਾਂ ਦੇ ਨਾਲ ਮਿਲ ਕੇ, ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੇ ਹਨ। ਸ੍ਰੀ ਅੰਮ੍ਰਿਤਸਰ ਕੇ ਚੱਲ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਿੱਖ ਸੰਗਤਾਂ ਇਹ ਵੀ ਆ ਕੇ ਦਰਸ਼ਨ ਕਰਦੇ ਹਨ। ਦਰਬ ਬ੍ਰਿੰਦ ਕੋ ਅਰਪਤ ਭਏ। ਬੜਾ ਧੰਨ, ਬੜੀਆਂ ਭੇਟਾਵਾਂ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਰੱਖ ਰੱਖ ਕੇ ਮੱਥਾ ਟੇਕਦੇ ਹਨ। ਬ੍ਰਿਧ ਕੇ ਬੰਸ ਵਿਖੇ ਗੁਰ ਦਿੱਤਾ। ਤਾਂ ਬਾਬਾ ਬੁੱਢਾ ਜੀਆਂ ਦੀ ਅੰਸ ਬੰਸ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ, ਉਹਨਾਂ ਨੂੰ ਖਬਰ ਮਿਲੀ ਤੇ ਉਹ ਵੀ ਬੜੀ ਛੇਤੀ ਦੇ ਨਾਲ ਚੱਲ ਪਏ। ਆਨ ਬਾਜ ਸਤਿਗੁਰ ਕੋ ਦਿੱਤਾ। ਬਾਬਾ ਬੁੱਢਾ ਜੀਆਂ ਦੀ ਅੰਸ ਬੰਸ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ, ਉਹਨਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਚੱਲਿਆ ਤੇ ਉਹ ਵੀ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਬੜੀ ਛੇਤੀ ਹਾਜ਼ਰ ਹੋਏ। ਔਰ ਇੱਕ ਬੜਾ ਸੋਹਣਾ, ਬੜਾ ਬਲਵਾਨ ਘੋੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਭੇਟ ਕੀਤਾ। ਲਵਪੁਰ ਕੋ ਇੱਕ ਧਨੁਖ ਮਹਾਨਾ। ਤਾਂ ਲਾਹੌਰ ਤੋਂ ਬਣਿਆ ਹੋਇਆ ਬੜਾ ਸੁੰਦਰ, ਬੜਾ ਮਜ਼ਬੂਤ ਧਨੁੱਖਾ ਇੱਕ ਉਹ ਸਤਿਗੁਰਾਂ ਦੇ ਚਰਨਾਂ 'ਚ ਭੇਟ ਕੀਤਾ। ਅਰਪਿਓ ਤਰਕਸ਼ ਭਰ ਖਰ ਬਾਨਾ। ਬਾਬਾ ਗੁਰਦਿੱਤਾ ਜੀਆਂ ਨੇ ਇੱਕ ਧਨੁਸ਼ ਜੋ ਲਾਹੌਰ ਦਾ ਬੜਾ ਸੁੰਦਰ ਬਣਿਆ ਹੋਇਆ ਸੀ, ਇੱਕ ਤੀਰਾਂ ਦਾ ਪੱਥਾ, ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟ ਕੀਤਾ। ਇਤਿਆਦਿਕ ਬਹੁ ਭੇਟ ਚੜਾਈ। ਹੋਰ ਵੀ ਭੇਟਾਵਾਂ ਅਰਪਣ ਕੀਤੀਆਂ। ਸ੍ਰੀ ਗੁਰ ਸਾਦਰ ਲੀਨ ਬਿਠਾਈ। ਗੁਰੂ ਮਹਾਰਾਜ ਜੀਆਂ ਨੇ ਬਾਬਾ ਗੁਰਦਿੱਤਾ ਜੀਆਂ ਨੂੰ, ਇਹਨਾਂ ਨੂੰ ਵੀ ਬੜੇ ਸਤਿਕਾਰ ਦੇ ਨਾਲ ਆਪਣੇ ਪਾਸ ਬਿਠਾਇਆ। ਕੁਸ਼ਲ ਪ੍ਰਸ਼ਨ ਕਰ ਸਭ ਸਤਿਕਾਰੇ। ਤਾਂ ਸਭ ਸਿੱਖ ਸੰਗਤਾਂ ਦਾ ਸਤਿਕਾਰ ਸਤਿਗੁਰੂ ਮਹਾਰਾਜ ਜੀਆਂ ਨੇ ਵੀ ਕੀਤਾ। ਸਭਨਾਂ ਦੀ ਸੁਖ ਸ਼ਾਂਤ ਹੈ। ਗੁਰੂ ਮਹਾਰਾਜ ਜੀਆਂ ਨੇ ਬੜੇ ਪਿਆਰ ਦੇ ਨਾਲ ਪੁੱਛਣਾ ਕੀਤੀ। ਜਥਾ ਜੋਗ ਕਹਿ ਦਇਓ ਆਹਾਰੇ। ਜਥਾ ਜੋਗ ਭੋਜਨ ਪਾਣੀ ਸਭ ਸਿੱਖ ਸੰਗਤਾਂ ਨੂੰ ਛਕਾ ਕੇ ਤ੍ਰਿਪਤ ਕੀਤਾ। ਕਾਬਲ ਆਦ ਸਿੱਖ ਸਮੁਦਾਏ। ਕਾਬਲ ਆਦਿ ਦੇਸ਼ਾਂ ਦੀਆਂ ਸਿੱਖ ਸੰਗਤਾਂ, ਕਾਬਲ ਦੇ ਇਲਾਕੇ ਦੀਆਂ ਤੇ ਹੋਰ ਸਿੱਖ ਸੰਗਤਾਂ ਉਹ ਵੀ ਪਹੁੰਚਦੇ ਹਨ। ਦਰਬ ਸਮੇਤ ਮਸੰਦ ਸੋ ਆਏ। ਕਾਬਲ ਆਦਿ ਦੇ ਮਸੰਦ ਇਹ ਵੀ ਸਿੱਖ ਸੰਗਤਾਂ ਦੇ ਸਮੇਤ ਬੜੀਆਂ ਭੇਟਾਵਾਂ ਲੈ ਕੇ ਪਹੁੰਚ ਜਾਂਦੇ ਹਨ। ਕਹਿ ਲਓ ਕਹੋ ਨਿਤਾ ਪ੍ਰਤ ਆਵੇ। ਤਾਂ ਕਵੀ ਜੀ ਜਾਣੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇਹ ਵਾਰਤਾ ਕਿ ਜੋ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਉਤਸ਼ਾਹ ਸੀ, ਖੁਸ਼ੀ ਸੀ, ਆ ਕੇ ਦਰਸ਼ਨ ਕਰਦੇ ਸੀ, ਇਹ ਵਾਰਤਾ ਹੁਣ ਕਿੱਥੋਂ ਤੱਕ ਕਹੀ ਜਾਵੇ।
ਜਾਣੇ ਬੇਅੰਤ ਹੀ ਸਿੱਖ ਸੰਗਤਾਂ ਆ ਕੇ ਭੇਟਾਵਾਂ ਅਰਪਣ ਕਰਦੀਆਂ ਦਰਸ਼ਨ ਕਰਦੀਆਂ ਸਨ। ਸਭ ਦੇਸ਼ਨ ਮੈਂ ਸੁਨ ਸੁਨ ਧਾਵੈ। ਜਿੱਥੇ ਕਿੱਥੇ ਵੀ ਖਬਰ ਪਹੁੰਚਦੀ ਉੱਥੋਂ ਹੀ ਸਿੱਖ ਸੰਗਤਾਂ ਆ ਜਾਂਦੀਆਂ। ਸਿਰੋ ਪਾਓ ਦੇ ਕਰਹਿ ਵਿਸਰਜਨ। ਸਤਿਗੁਰੂ ਮਹਾਰਾਜ ਸਭ ਦਾ ਸਤਿਕਾਰ ਕਰਦੇ ਅਰ ਮੁਖੀ ਮੁਖੀ ਗੁਰਸਿੱਖ ਮਸੰਦ ਜੋ ਬਣਾਏ ਹੋਏ ਸੀ ਇਹਨਾਂ ਨੂੰ ਵੀ ਸਰੋਪੇ ਬਖਸ਼ ਦਿੰਦੇ। ਜੋ ਜਿਸ ਪੁਰ ਮਹਿ ਤਹਿ ਕੋ ਤਤ ਛਿਨ। ਅਰ ਜਿਸ ਜਿਸ ਸਥਾਨ ਤੋਂ ਮਸੰਦ ਸਿੱਖ ਸੰਗਤਾਂ ਦੇ ਸਮੇਤ ਆਉਂਦੇ ਸਨ ਤਾਂ ਗੁਰੂ ਮਹਾਰਾਜ ਜੀਆਂ ਦੀ ਖੁਸ਼ੀ ਲੈ ਕੇ ਸੇਵਾ ਕਰਕੇ ਉਸੇ ਸਥਾਨ ਨੂੰ ਵਾਪਸ ਜਾਂਦੇ। ਰਹਿਓ ਨਿਕਟ ਗੁਰ ਦਿੱਤਾ ਭਾਈ। ਤਾਂ ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀਆਂ ਦੀ ਅੰਸ਼ ਵੰਸ਼ ਦੇ ਵਿੱਚੋਂ ਹਨ ਤਾਂ ਇਹ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਹੀ ਰਹਿੰਦੇ ਹਨ। ਪ੍ਰੇਮੀ ਅਪਰ ਮਿਲੈ ਗਨ ਆਈ। ਬੜੀਆਂ ਸਿੱਖ ਸੰਗਤਾਂ ਆ ਕੇ ਦਰਸ਼ਨ ਕਰਕੇ ਸੇਵਾ ਕਰਕੇ ਵਾਪਸ ਜਾਂਦੇ ਔਰ ਬਹੁਤ ਸਾਰੇ ਗੁਰਸਿੱਖ ਸਤਿਗੁਰਾਂ ਦੇ ਪਾਸ ਹੀ ਰਹਿ ਜਾਂਦੇ। ਸੰਗਤ ਆਵਤ ਜਾਤ ਵਿਸਾਲਾ। ਬੜੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ। ਬੀਤਿਓ ਰਹਿਤ ਜਬੈ ਚਿਰ ਕਾਲਾ। ਜਦ ਸਤਿਗੁਰਾਂ ਨੂੰ ਇਸ ਸਥਾਨ ਤੇ ਸ੍ਰੀ ਅਨੰਦਪੁਰ ਸਾਹਿਬ ਰਹਿੰਦਿਆਂ ਕਈ ਰੋਜ਼ ਕਈ ਦਿਨ ਬਤੀਤ ਹੋਏ। ਹੋਤ ਕੀਰਤਨ ਲੱਗਹਿ ਦੀਵਾਨ। ਹਰ ਰੋਜ਼ ਸ੍ਰੀ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ। ਦਿਨ ਦੇ ਵਕਤ ਵੀ ਸਤਿਗੁਰਾਂ ਦਾ ਦੀਵਾਨ ਸਜਦਾ ਸੀ। ਮਿਲ ਮਿਲ ਉਧਰੇ ਬ੍ਰਿੰਦ ਜਹਾਨ। ਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਬਚਨ ਬਿਲਾਸ ਸੁਣ ਸੁਣ ਕੇ ਬੜਿਆਂ ਦਾ ਭਲਾ ਹੋਇਆ। ਸੋ ਭੀ ਗਨੇ ਨਾ ਜੈ ਹੈ ਮੋਤੇ। ਕਵੀ ਜੀ ਕਹਿੰਦੇ ਕਿ ਜਿਨ੍ਹਾਂ ਤੇ ਕਿਰਪਾ ਹੋਈ ਸਤਿਗੁਰੂ ਮਹਾਰਾਜ ਜੀਆਂ ਦੀ ਮਿਹਰ ਹੋਈ ਉਹ ਵੀ ਮੇਰੇ ਤੋਂ ਗਿਣੇ ਨਹੀਂ ਜਾ ਸਕਦੇ। ਬੜੀਆਂ ਸਿੱਖ ਸੰਗਤਾਂ ਦਾ ਹਰ ਰੋਜ਼ ਭਲਾ ਉਧਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਰਦੇ ਸਨ। ਕਵੀ ਜੀ ਕਹਿੰਦੇ ਜਿਨ੍ਹਾਂ ਦਾ ਭਲਾ ਹੋਇਆ ਜਿਨ੍ਹਾਂ ਨੇ ਬਚਨ ਕਮਾਇਆ ਉਹਨਾਂ ਦੀ ਵੀ ਮੇਰੇ ਤੋਂ ਗਿਣਤੀ ਨਹੀਂ ਕੀਤੀ ਜਾ ਸਕਦੀ। ਆਏ ਅਨੇਕ ਨਏ ਸਿੱਖ ਹੋਤੇ। ਨਵੇਂ ਤੋਂ ਨਵੇਂ ਪ੍ਰੇਮੀ ਆ ਕੇ ਸਤਿਗੁਰਾਂ ਦੀ ਚਰਨ ਪਾਹੁਲ ਲੈ ਕੇ ਗੁਰੂ ਦੇ ਸਿੱਖ ਬਣ ਜਾਂਦੇ ਹਨ। ਇਮ ਸੁਖ ਪਾਏ ਬਿਤਾਇਓ ਕਾਲਾ। ਇਸ ਤਰ੍ਹਾਂ ਸੁੱਖਾਂ ਦੇ ਨਾਲ ਕਿੰਨੇ ਹੀ ਰੋਜ਼ ਕਿੰਨਾ ਹੀ ਸਮਾਂ ਬਤੀਤ ਹੋ ਜਾਂਦਾ ਹੈ। ਸੁਤ ਕੋ ਸਿਮਰਤ ਗੁਰੂ ਕਿਰਪਾਲਾ। ਗੁਰੂ ਮਹਾਰਾਜ ਜੀ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਜੀਆਂ ਦੀ ਬਾਬਤ ਬਚਨ ਬਿਲਾਸ ਸਿੱਖ ਸੰਗਤਾਂ ਦੇ ਵਿੱਚ ਵੀ ਦੱਸਦੇ ਹਨ। ਆਪ ਵੀ ਬਾਰ-ਬਾਰ ਸਾਹਿਬਜ਼ਾਦੇ ਨੂੰ ਯਾਦ ਕਰਦੇ ਹਨ। ਆਏ ਆਪਨੋ ਨਗਰ ਸੰਭਾਰਹਿ। ਸਿੱਖ ਸੰਗਤਾਂ ਦੇ ਵਿੱਚ ਵੀ ਕਹਿੰਦੇ ਹਨ ਕਿ ਸਾਹਿਬਜ਼ਾਦਾ ਜੀ ਜਾਣੇ ਗੋਬਿੰਦ ਰਾਏ ਜੀ ਆਉਣਗੇ ਔਰ ਇਹ ਆਪਣੇ ਨਗਰ ਦੀ ਸੰਭਾਲ ਉਹਨਾਂ ਨੇ ਆ ਕੇ ਕਰਨੀ ਹੈ। ਹਮ ਜਹ ਜਾਨੋ ਤਹਾਂ ਸਿਧਾਰ ਹੈ। ਅਸੀਂ ਤੇ ਜਿੱਥੇ ਜਾਣਾ ਹੈ ਥੋੜੇ ਸਮੇਂ ਬਾਅਦ ਪਹੁੰਚ ਜਾਵਾਂਗੇ। ਲਿਖੀ ਪੱਤਰਿਕਾ ਅਖਿਲ ਹਵਾਲ। ਜਿੱਥੇ ਜਾਣ ਤੋਂ ਮਤਲਬ ਸਤਿਗੁਰੂ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਕਿ ਕੁਝ ਕੁ ਸਮੇਂ ਤੋਂ ਬਾਅਦ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰਕੇ ਜੋਤੀ ਜੋਤ ਸਮਾ ਜਾਣਾ ਹੈ। ਸਾਹਿਬਜ਼ਾਦਾ ਜੀਆਂ ਨੇ ਆ ਕੇ ਗੋਬਿੰਦ ਰਾਏ ਜੀਆਂ ਨੇ ਆ ਕੇ ਇਸ ਆਨੰਦਪੁਰੀ ਦੀ ਦੇਖਭਾਲ ਕਰਨੀ ਹੈ। ਤਾਂ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਦੇ ਬਚਨ ਬਿਲਾਸ ਕਰਦੇ ਹਨ। ਪਾਠ ਕਰ ਚੱਲੋ ਬਿਲਮ ਸਭ ਟਾਲ। ਤਾਂ ਪੱਤਰਕਾ ਚਿੱਠੀ ਲਿਖ ਕੇ ਇੱਕ ਸਿੱਖ ਦੇ ਹੱਥ ਭੇਜਦੇ ਹਨ ਪਟਨਾ ਸ਼ਹਿਰ ਦੇ ਵੱਲ ਕਿ ਇਸ ਚਿੱਠੀ ਨੂੰ ਪੱਤਰਕਾ ਨੂੰ ਪੜ੍ਹ ਕੇ ਛੇਤੀ ਦੇ ਨਾਲ ਗੋਬਿੰਦ ਰਾਏ ਜੀਆਂ ਦੇ ਨਾਲ ਸਭ ਸਿੱਖ ਸੰਗਤਾਂ ਸਤਿਗੁਰਾਂ ਦੇ ਪਾਸ ਪਹੁੰਚ ਜਾਣ। ਦੇਸ਼ ਪੰਜਾਬ ਆਏ ਬੋ ਕਰੀਐ ਹੈ। ਚਿੱਠੀ ਲਿਖਣਾ ਕੀਤੀ ਗੋਬਿੰਦ ਰਾਏ ਜੀਆਂ ਦੇ ਪਾਸ ਕਿ ਹੁਣ ਤੁਸੀਂ ਪੰਜਾਬ ਦੇ ਵੱਲ ਆ ਜਾਵੋ। ਪਹੁੰਚ ਆਨੰਦਪੁਰ ਆਪਨ ਸੰਭਰੀਐ ਹੈ। ਸ੍ਰੀ ਆਨੰਦਪੁਰ ਸਾਹਿਬ ਆਪਣਾ ਆਪ ਆ ਕੇ ਸੰਭਾਲਣਾ ਕਰੋ। ਲੈ ਕਰ ਸਿੱਖ ਪਠਿਓ ਮਗ ਚਾਲ। ਤਾਂ ਗੁਰਸਿੱਖ ਇਹ ਪੱਤਰਕਾ ਲੈ ਕੇ
ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਪਟਨਾ ਸਾਹਿਬ ਦੇ ਵੱਲ ਰਵਾਨਾ ਹੁੰਦਾ ਹੈ। ਪਟਣੇਪੁਰ ਕੋ ਨਾਮ ਸੰਭਾਲ, ਤਾਂ ਪਟਨੇ ਸ਼ਹਿਰ ਦੇ ਵੱਲ ਗੁਰਸਿੱਖ ਚੱਲ ਪੈਂਦਾ ਹੈ। ਸਤਿਗੁਰ ਬਸੇ ਉਧਾਰਹਿ ਦਾਸ। ਸਤਿਗੁਰੂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਸਦੇ ਹਨ, ਸਿੱਖ ਸੰਗਤਾਂ ਦਾ ਭਲਾ ਕਰਦੇ ਹਨ। ਕਵ ਸੰਤੋਖ ਸਿੰਘ ਬਾਕ ਬਿਲਾਸ, ਭਾਈ ਸੰਤੋਖ ਸਿੰਘ ਜੀ ਸਾਰੀ ਵਾਰਤਾ ਹੁਣ ਸਤਿਗੁਰੂ ਮਹਾਰਾਜ ਜੀਆਂ ਦੀ ਦੱਸਣਾ ਕਰਦੇ ਹਨ। ਦੋਹਰਾ ਤੇਗ ਬਹਾਦਰ ਸਤਿਗੁਰੂ ਬਸ ਅਨੰਦਪੁਰ ਮਾਹੇ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਾਫੀ ਸਮਾਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਾਸ ਰੱਖਿਆ ਹੈ। ਸਮਾਂ ਬਿਤਾਵਤ ਸੁਖ ਸਹਿਤ ਦਾਸਨ ਸ਼੍ਰੇਯ ਸੋ ਚਾਹੇ। ਬੜੇ ਸੁੱਖਾਂ ਦੇ ਨਾਲ ਸਮਾਂ ਬਤੀਤ ਹੋਇਆ ਔਰ ਸਿੱਖ ਸੰਗਤਾਂ ਦਾ ਭਲਾ ਗੁਰੂ ਮਹਾਰਾਜ ਕਰ ਰਹੇ ਹਨ। ਚੌਪਈ ਤੁਰਕੇਸ਼ਰ ਬਹੁ ਗਹੀ ਕੁਚਾਲੀ। ਉਧਰ ਦੂਸਰੀ ਸਾਈਡ ਕਵੀ ਜੀ ਹੁਣ ਬਾਦਸ਼ਾਹ ਔਰੰਗਜ਼ੇਬ ਦੀ ਵਾਰਤਾ ਦੱਸਦੇ ਹਨ ਕਿ ਉਸ ਟਾਈਮ ਹੁਣ ਔਰੰਗਜ਼ੇਬ ਬਾਦਸ਼ਾਹ ਸਾਰੇ ਭਾਰਤ ਵਰਸ਼ ਦਾ ਜੋ ਰਾਜਾ ਬਣਿਆ ਹੋਇਆ ਸੀ, ਮਹਾਰਾਜਾ ਬਣਿਆ ਹੋਇਆ ਸੀ, ਔਰ ਇਹ ਕਿਸ ਤਰ੍ਹਾਂ ਹੁਣ ਪਬਲਿਕ ਦੇ ਨਾਲ ਸਲੂਕ ਕਰਦਾ ਹੈ, ਕਿਸ ਤਰ੍ਹਾਂ ਪਬਲਿਕ ਦੇ ਨਾਲ ਵਰਤਾਰਾ ਕਰਦਾ ਹੈ, ਇਸ ਦੀ ਬਾਬਤ ਵੀ ਹੁਣ ਕਵੀ ਜੀ ਦੱਸਣਾ ਕਰਦੇ ਹਨ। ਸ਼ਰਾ ਚਲਾਵਤ ਜਗਤ ਵਿਸਾਲੀ। ਤੇ ਔਰੰਗਜ਼ੇਬ ਬਾਦਸ਼ਾਹ ਜੋ ਆਪਣੇ ਇਸਲਾਮ ਧਰਮ ਦੇ ਵਿੱਚ ਬੜਾ ਕੱਟੜ ਸੀ ਔਰ ਸਾਰੀ ਦੁਨੀਆ ਦੇ ਵਿੱਚ ਇਹ ਇੱਕੋ ਇੱਕ ਇਸਲਾਮ ਹੀ ਫੈਲਾਉਣਾ ਚਾਹੁੰਦਾ ਹੈ। ਹਿੰਦੁਨ ਪਰ ਬਹੁ ਬਲ ਕੋ ਪਾਇਓ। ਤਾਂ ਹਿੰਦੂ ਜਨਤਾ ਦੇ ਉੱਪਰ ਇਸ ਨੇ ਬੜਾ ਜ਼ੋਰ ਪਾਉਣਾ ਕੀਤਾ। ਚਾਹਤ ਸਭ ਕੋ ਧਰਮ ਨਸਾਇਓ। ਤਾਂ ਔਰੰਗਜ਼ੇਬ ਦੁਸ਼ਟ ਬਾਦਸ਼ਾਹ ਇਹ ਚਾਹੁੰਦਾ ਹੈ ਕਿ ਸਾਰੇ ਹਿੰਦੂਆਂ ਦਾ ਧਰਮ ਨਾਸ਼ ਕਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ, ਸਾਰੇ ਹਿੰਦੂਆਂ ਨੂੰ ਹੁਣ ਮੁਸਲਮਾਨ ਬਣਾਇਆ ਜਾਵੇ ਤਾਂ ਕਿ ਇੱਕੋ ਇੱਕ ਸਾਡਾ ਧਰਮ ਹੀ ਇਸਲਾਮ ਧਰਮ ਹੀ ਕਾਇਮ ਹੋਣਾ ਚਾਹੀਦਾ ਹੈ। ਸਗਰੇ ਨਰ ਮੈਂ ਤੁਰਕ ਬਣਾਵੋ। ਤਾਂ ਕਾਜੀ ਮੁਲਾਣਿਆਂ ਨੂੰ ਅਤੇ ਹੋਰ ਆਪਣੇ ਕਚਹਿਰੀ ਦੇ ਮੋਹਤਵਰ ਆਦਮੀਆਂ ਨੂੰ ਇੱਕ ਸਭਾ ਲਗਾ ਕੇ ਇਹ ਕਹਿਣ ਲੱਗਿਆ ਕਿ ਮੈਂ ਹੁਣ ਦੁਨੀਆ ਦੇ ਵਿੱਚ ਜਿੱਥੇ ਕਿੱਥੇ ਹਿੰਦੂ ਧਰਮ ਨੂੰ ਖਤਮ ਕਰਕੇ ਇੱਕੋ ਇੱਕ ਧਰਮ ਇਸਲਾਮ ਹੀ ਬਣਾਉਣਾ ਚਾਹੁੰਦਾ ਹਾਂ। ਬਹੁਰ ਸ਼ਰਾ ਮੈਂ ਭਲੇ ਚਲਾਵੋ। ਹਿੰਦੂਆਂ ਨੂੰ ਵੀ ਮੁਸਲਮਾਨ ਬਣਾ ਕੇ ਸਭ ਨੂੰ ਇੱਕੋ ਇੱਕ ਸ਼ਰਾ ਦੇ ਵਿੱਚ ਲੈ ਆਉਣਾ ਹੈ। ਸ਼ਰਾ ਬਿਨਾ ਦੋਜਕ ਮਹਿ ਪਰੈ। ਆਪਣੇ ਮਨ ਦਾ ਖਿਆਲ ਇਹਨੇ ਦੱਸਿਆ ਕਿ ਸ਼ਰਾ ਤੋਂ ਬਿਨਾ ਇਸਲਾਮ ਧਰਮ ਦੇ ਵਿੱਚ ਆਉਣ ਤੋਂ ਬਿਨਾ ਇਸਲਾਮ ਦੀ ਸ਼ਰ੍ਹਾ ਦੇ ਅਨੁਸਾਰ ਚੱਲਣ ਤੋਂ ਬਿਨਾ ਇਹ ਸਾਰੇ ਦੇ ਸਾਰੇ ਹਿੰਦੂ ਤੇ ਦੋਜਕਾਂ ਦੇ ਵਿੱਚ ਜਾਣਗੇ, ਨਰਕਾਂ ਦੇ ਵਿੱਚ ਜਾਣਗੇ, ਪਰ ਮੈਂ ਇਹਨਾਂ ਨੂੰ ਬਚਾਉਣਾ ਚਾਹੁੰਦਾ ਹਾਂ, ਆਪਣੇ ਧਰਮ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ। ਨਹਿ ਇਮਾਨ ਕੋ ਨੀਕੇ ਧਰੈ। ਔਰ ਜੇਕਰ ਇਹ ਧਰਮ ਦੇ ਅਨੁਸਾਰ ਨਹੀਂ ਚੱਲਣਗੇ, ਜਾਣੇ ਇਸਲਾਮ ਧਰਮ ਦੇ ਅਨੁਸਾਰ ਨਹੀਂ ਚੱਲਣਗੇ ਤੇ ਇਹਨਾਂ ਦਾ ਭਲਾ ਨਹੀਂ ਹੋਵੇਗਾ। ਭਇਓ ਮੁਹੰਮਦ ਪਸ਼ਚਮ ਦੇਸ਼। ਇਸ ਤਰ੍ਹਾਂ ਦੀਆਂ ਵਿਚਾਰਾਂ ਇਸ ਦੁਸ਼ਟ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿੱਚ ਸੀ। ਇਹ ਸੋਚਦਾ ਸੀ ਕਿ ਕੇਵਲ ਤੇ ਕੇਵਲ ਇਸਲਾਮ ਦੇ ਵਿੱਚ ਆ ਕੇ ਹੀ ਭਲਾ ਹੋਵੇਗਾ। ਤਾਂ ਹੋਰ ਵੀ ਵਿਚਾਰਾਂ ਆਪਣੇ ਮੋਹਤਵਰ ਆਦਮੀਆਂ ਦੇ ਨਾਲ ਕੀਤੀਆਂ, ਕਾਜੀ ਮੁਲਾਣਿਆਂ ਦੇ ਨਾਲ ਕੀਤੀਆਂ ਕਿ ਸਭ ਨੂੰ ਮੈਂ ਇੱਕ ਸ਼ਰ੍ਹਾ ਦੇ ਵਿੱਚ ਲੈ ਕੇ ਆਉਣਾ ਹੈ। ਤਿਤ ਤੁਰਕਾਨੇ ਓਜ ਵਿਸ਼ੇਸ਼। ਤਾਂ ਮੁਹੰਮਦ ਸਾਹਿਬ ਕਹਿਣ ਲੱਗਿਆ ਪੱਛਮ ਦੇ ਇਲਾਕੇ ਦੇ ਵੱਲ ਹੋਏ, ਉਧਰ ਤੇ ਕਹਿਣ ਲੱਗਿਆ ਆਪਣੇ ਤੁਰਕਾਂ ਦਾ ਬੜਾ ਬੋਲ ਬਾਲਾ ਹੈ। ਕਿਤ ਕਿਤ ਹਿੰਦੂ ਰਹੇ ਨਿਜੋਰ। ਪੱਛਮ ਦੇ ਵੱਲ ਤੇ ਸਾਰੇ ਮੁਸਲਮਾਨ ਧਰਮ ਹੀ ਫੈਲਿਆ ਹੋਇਆ ਹੈ ਔਰ ਕੋਈ ਕੋਈ ਹਿੰਦੂ ਜਿਸ ਦੇ ਵਿੱਚ ਕੋਈ ਬਲ ਤਾਕਤ ਵੀ ਨਹੀਂ ਹੈ, ਆਰਥਿਕ ਤੌਰ ਤੇ ਵੀ ਬੜੇ ਕਮਜ਼ੋਰ ਹਨ। ਤਾਂ ਕੋਈ ਕੋਈ ਹਿੰਦੂ ਘਰਾਣਾ ਹੈ, ਨਹੀਂ ਤੇ ਸਾਰੇ ਪਾਸੇ ਪੱਛਮ ਦੇ ਵੱਲ ਤੇ ਮੁਸਲਮਾਨੀ ਧਰਮ ਦਾ ਹੀ ਬੋਲਬਾਲਾ ਹੈ। ਤੁਰਕ ਕਰੋ ਪੂਰਬ ਤੇ ਸੋਰ। ਤਾਂ ਮੈਂ ਚਾਹੁੰਦਾ ਹਾਂ ਕਿ ਪੂਰਬ ਦੇ ਵੱਲ ਬਹੁਤ ਸਾਰੇ ਹਿੰਦੂ ਲੋਕਾਂ ਦਾ ਵਾਸ ਹੈ, ਬੜੇ ਧਨਾੜ ਆਦਮੀ ਵੀ ਇੱਥੇ ਰਹਿੰਦੇ ਹਨ ਜੋ ਹਿੰਦੂ ਹਨ। ਤਾਂ ਇਸ ਸਥਾਨ ਤੋਂ ਪੂਰਬ ਦੇ ਇਲਾਕੇ ਤੋਂ ਹੀ ਮੈਂ ਸ਼ੁਰੂ ਕਰਾਂ ਕਿ ਇੱਧਰੋਂ ਹੀ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਜਾਵੇ। ਉਤ ਤੇ ਹੋਵਤ ਆਵਤ ਸਾਰੇ। ਜਦ ਉਸ ਇਲਾਕੇ ਦੇ ਵੱਲੋਂ
ਸਾਰੇ ਦੇ ਸਾਰੇ ਹੁਣ ਹਿੰਦੂ ਮੁਸਲਮਾਨ ਬਣਨਾ ਸ਼ੁਰੂ ਹੋ ਗਏ ਤੇ ਦੇਸ਼ ਦੇ ਵਿੱਚ ਹੋਰ ਵੀ ਆਉਂਦੇ ਆਉਂਦੇ ਦੇਖਦੇ ਦੇਖਦੇ ਦੂਸਰੇ ਵੀ ਮੁਸਲਮਾਨ ਬਣ ਜਾਣਗੇ। ਇਤ ਕੇ ਪਿਖ ਹੋਏ ਸ਼ਰਾ ਮਝਾਰੇ, ਹੋਰ ਦੇਸ਼ ਦੇ ਲੋਕ ਦੇਖਦੇ ਦੇਖਦੇ ਉਹ ਵੀ ਸ਼ਰ੍ਹਾ ਦੇ ਵਿੱਚ ਆ ਜਾਣਗੇ। ਸੰਗ ਮੌਲਵੀ ਮਸਲਤ ਠਾਨੀ, ਤਾਂ ਕਾਜੀ ਮੁਲਾਨਿਆਂ ਦੇ ਨਾਲ ਇਸ ਤਰ੍ਹਾਂ ਦੀ ਮਸਲਤ ਸੁਲਾਹ ਕੀਤੀ। ਸਭਨ ਸਰਾਹਿਓ ਨੀਕ ਬਖਾਨੀ, ਤਾਂ ਹੁਣ ਕਾਜੀ ਮੁਲਾਨੇ ਇਹ ਤੇ ਪਹਿਲਾਂ ਤੋਂ ਹੀ ਬਾਦਸ਼ਾਹ ਨੂੰ ਇਹ ਚੁੱਕ ਦਿੰਦੇ ਰਹਿੰਦੇ ਸਨ, ਇਸ ਤਰ੍ਹਾਂ ਦੀਆਂ ਵਿਚਾਰਾਂ ਕਹਿੰਦੇ ਰਹਿੰਦੇ ਸਨ ਕਿ ਬਾਦਸ਼ਾਹ ਤੁਹਾਡੇ ਹੱਥ ਦੇ ਵਿੱਚ ਹੁਣ ਪਾਵਰ ਹੈ, ਤਾਕਤ ਹੈ, ਔਰ ਤੁਸੀਂ ਚਾਹੋ ਤੇ ਆਪਣੇ ਸਾਰੇ ਮੁਲਕ ਦੇ ਵਿੱਚ ਇੱਕੋ ਇੱਕ ਧਰਮ ਇਸਲਾਮ ਹੀ ਕਾਇਮ ਕਰ ਸਕਦੇ ਹੋ। ਹਿੰਦੂ ਧਰਮ ਨੂੰ ਬਦਲ ਕੇ ਹਿੰਦੂਆਂ ਨੂੰ ਬਦਲ ਕੇ ਮੁਸਲਮਾਨ ਕਰ ਸਕਦੇ ਹੋ। ਤੁਹਾਡੇ ਹੱਥ ਦੇ ਵਿੱਚ ਇਹ ਪਾਵਰ ਹੈ, ਤਾਕਤ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਤੁਸੀਂ ਸਵਰਗਾਂ ਦੇ ਵਿੱਚ ਬਹਿਸ਼ਤਾਂ ਨੂੰ ਜਾਵੋਗੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵਿਚਾਰਾਂ ਪਹਿਲਾਂ ਹੀ ਕਹਿੰਦੇ ਰਹਿੰਦੇ ਸਨ। ਜਦ ਔਰੰਗਜ਼ੇਬ ਦੇ ਮੂੰਹ ਤੋਂ ਇਹ ਗੱਲਾਂ ਕਾਜੀ ਮੁਲਾਨਿਆਂ ਨੇ ਸੁਣੀਆਂ ਤੇ ਉਹ ਤੇ ਬੜੇ ਖੁਸ਼ ਹੋਏ। ਉਹਨਾਂ ਨੇ ਬੜੀ ਸਲਾਹੁਣਾ ਕੀਤੀ ਕਿ ਬਾਦਸ਼ਾਹ ਸਰਕਾਰ ਇਹ ਤੇ ਬਹੁਤ ਚੰਗੀ ਗੱਲ ਹੈ, ਇਹ ਤੇ ਸਭ ਦੇ ਭਲੇ ਦੀ ਗੱਲ ਹੈ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਦੋ ਧਰਮਾਂ ਤੋਂ ਇੱਕ ਕਰਨਾ ਚਾਹੁੰਦੇ ਹਨ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹ ਹੁਣ ਹਿੰਦੂ ਜਨਤਾ ਦੇ ਉੱਪਰ ਕਿਰਪਾ ਕਰਕੇ ਮਿਹਰ ਕਰਕੇ ਉਹਨਾਂ ਦਾ ਧਰਮ ਡੁੱਬਦਾ ਹੋਇਆ ਜ਼ਰੂਰ ਬਚਾ ਲੈਣਗੇ। ਤੇ ਇਸ ਗੱਲ ਦੀ ਬਾਬਤ ਇਹਨਾਂ ਨੂੰ ਕੋਈ ਖਬਰ ਨਹੀਂ ਹੈ। ਹੁਣ ਆਪਣੀਆਂ ਹੀ ਵਿਚਾਰਾਂ ਕਰਕੇ ਮਨ ਦੇ ਵਿੱਚ ਬੜੇ ਖੁਸ਼ ਹੁੰਦੇ ਹਨ, ਬੜੇ ਪ੍ਰਸੰਨ ਹੁੰਦੇ ਹਨ। ਹੁਣ ਅੱਗੇ ਜਿਸ ਪ੍ਰਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਹਿੰਦੂ ਜਨਤਾ ਨੇ, ਬ੍ਰਾਹਮਣ ਆਦਿ ਨੇ ਇਕੱਠੇ ਹੋ ਕੇ ਪਹੁੰਚਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਲਿਖ ਪਰਵਾਨੇ ਪੁਨਹ ਪਠਾਏ, ਪ੍ਰਥਮ ਪੁਰੀ ਕਸ਼ਮੀਰ ਸਿਧਾਏ। ਲਿਖ ਪਰਵਾਨੇ ਪੁਨਹ ਪਠਾਏ, ਪ੍ਰਥਮ ਪੁਰੀ ਕਸ਼ਮੀਰ ਸਿਧਾਏ। हे अच्युत हे पार ब्रह्म अविनाशी अविनाश।